किसान वीरो ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असी वख-वख दिनां च वख-वख विषयां ते वख-वख माहरां नाल गलबात करदे ही रहने आ। अज भी असी इसे तरह ओ बल्ले 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 जय हिंद जी, हाजिर जी, जय हिंद जी डॉक्टर साहब, वाह जी वाह। बैठो बैठो जी, बैठो, तशरीफ रखो। हाँ हाँ हाँ, ला लो मास्क हुण, कोई गल नहीं। हाँ वाह जी वाह, आ भी लो नाल लियाओ जी, लियाओ, बहुत वधिया जी। तो बहुत जरूरी है जी, बहुत जरूरी। बड़ा बचाव कीता जी, ये ते साधन आ साडा हुण बचाव दा है। ये समझो भी ये हुण बचाव जी बचाव आ। क्यों जी? इंज लगदा रहिंदा कोई तरौंका ना देगो ना, जिवें अधूरा जिहा रह गया काम। सही गल है। मैं ना कईयां दे घर जाना, उन्हां ने ना बार दे कोल ही रखिया हुंदा। ठीक है भी आओ ते अपना हाथ सैनीटाइज करके ही अंदर आओ। ठीक है, ठीक है। ये चंगी गल है, चंगियां आदतां आ, ये सिखाया आ सानू बीमारी ने, है ना। क्योंकि सियाने ये आंदे आ डॉक्टर साहब जी कि चंगी चीज़ धारण कर लेनी चाहिए। बिल्कुल ठीक है, जे किधरों मिले, है ना। माड़ी चीज़ नूं त्याग दिओ, चंगी चीज़ नूं धारण कर लो। बिल्कुल। अच्छा डॉक्टर साहब आए आ, कोई जान पहचान कराओ इन्हां कराउने जी, जरूर कराउने आ। डॉक्टर साहब डॉक्टर मनीष कुमार चैटली ने जी जी। ते गुरु अंगद देव वैटरनरी ते एनिमल साइंस यूनिवर्सिटी ने ना एक अपना नवा कालेज स्थापित किया है जी, रामपुरा फूल अपना बठिंडे जिले च हैगा वैटरनरी कालेज। हाँ ते डॉक्टर साहब ओहदे सरमौर ओहदा जिहड़ा हुंदा डीन साहब, वाह डीन दे ओहदे ते ने। वाह जी आयां नूं डॉक्टर साहब, जी आयां नूं, बहुत चंगा कीता तुसीं आए आ। ते अज फिर इन्हां नाल इदां दी एक गलबात छेड़दे आ। मैं कहा पूरा कालेज दा इन्हां कोल नक्शा पुछांगे। तुसीं सुनाओ। वधिया जी, चलो वधिया ही चाहिदा। अच्छा हरप्रीत जी देखो गल ये आ, तुसीं पढ़े लिखे आ, बहुत लोकां नूं मार्गदर्शन भी करदे आ सारिਆਂ ਦਾ। मैं ना थोड़ा जिहा एक दो दिन होए आ सोचदा पिया हाँ बई ਜਿਹੜੇ ਹੁਣ ਅੱਜ ਕੱਲ ਜਵਾਕ ਆ ਨਾ ਜਿਹੜੇ ਉਹਨਾਂ ਦੀ ਖਾਸ ਕਰਕੇ ਗੱਲ ਆ। ਮੈਂ ਇਹ ਨਹੀਂ ਆਂਦਾ ਵੀ ਜਿਹੜਾ ਨਵਾਂ ਸਮਾਂ ਹੁੰਦਾ ਮਾੜਾ ਹੁੰਦਾ, ਸਮਾਂ ਹਮੇਸ਼ਾ ਹੀ ਸਹੀ ਹੁੰਦਾ ਜੀ, ਹੈ ਨਾ। ਪਰ ਅਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹਾਂ। ਠੀਕ ਹੈ, ਠੀਕ ਹੈ। ਇਹ ਅੱਜ ਕੱਲ ਦੇ ਜਵਾਕ ਨਾ ਜਿਹੜੇ ਜਾਂ ਵੱਡੇ ਵੀ ਲੈ ਲਓ, ਜੀ ਇਹ ਬੋਲ ਚਾਲ ਦਾ ਸਲੀਕਾ ਨਹੀਂ ਰਿਹਾ। ਬਿਲਕੁਲ ਠੀਕ ਗੱਲ ਸਾਡੀ, ਇਹ ਗੱਲ ਸਹੀ ਆ। ਬਿਲਕੁਲ ਠੀਕ ਹੈ ਮਿੱਠਾ ਸਿੰਘ ਜੀ। ਹੈ ਕਿਉਂ ਇਹ ਕਿਉਂ ਹੁੰਦਾ ਇਹਦਾ? ਮਿੱਠਾ ਸਿੰਘ ਜੀ ਮੈਨੂੰ ਨਾ ਤੁਹਾਡੀ ਇਸ ਗੱਲ ਤੋਂ ਯਾਦ ਆਇਆ, ਇੱਕ ਨਾ ਬੜਾ ਵਿਸ਼ਵ ਪ੍ਰਸਿੱਧ ਲੇਖਕ ਆ ਰਸੂਲ ਹਮਜ਼ਾਤੋਵ ਹੈ ਜੀ, ਪੜਿਆ ਮੈਂ ਜੀ। ਉਹ ਇੱਕ ਥਾਂ ਤੇ ਲਿਖਦੇ ਆ ਕਿ ਬੰਦਾ ਜਿਹੜਾ ਨਾ ਉਹਨੂੰ ਕੋਈ ਭਾਸ਼ਾ ਸਿੱਖਣ ਵਾਲਾ ਜਿਹੜਾ ਕੰਮ ਉਹ ਤਾਂ 2 ਸਾਲ ਚ ਸਿੱਖ ਜਾਂਦਾ। 2 ਸਾਲ ਚ ਆਪਾਂ ਮੰਮੀ ਪਾਪਾ ਕਰਨਾ ਸਾਰਾ ਕੁਝ ਸਿੱਖ ਜਾਂਦੇ ਜੀ, ਪਰ ਅਸਲ ਚ ਆਪਣੀ ਜ਼ੁਬਾਨ ਸੰਭਾਲਦਿਆਂ ਨੂੰ 60 ਸਾਲ ਲੱਗ ਜਾਂਦੇ ਆ। ਕਿਆ ਬਾਤ ਹੈ। ਇਹ ਤੁਹਾਡੀ ਗੱਲ ਉਹਨਾਂ ਨਾਲ ਜੁੜਦੀ ਆ ਵੀ ਸਾਨੂੰ ਆਪਣੀ ਬੋਲਚਾਲ ਦੀ ਭਾਸ਼ਾ ਉਹਨੂੰ ਸਲੀਕੇਬੱਧ ਕਰਦਿਆਂ ਜਿਹੜਾ ਨਾ ਉਹ ਉਮਰ ਲੱਗ ਜਾਂਦੀ ਆ, ਪਰ ਨਾਲ ਦੇ ਨਾਲ ਇਹ 2 ਸਾਲ ਦੀ ਜਦੋਂ ਭਾਸ਼ਾ ਬੱਚਾ ਸਿੱਖ ਜਾਂਦਾ ਨਾ ਉਹਦੇ ਨਾਲ ਹੀ ਗਿਆਨ ਦੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਜ਼ਰੂਰੀ ਆ, ਜ਼ਰੂਰੀ ਆ। ਤੁਸੀਂ ਵੇਖੋ ਜੇ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਤੇ ਸਾਡੇ ਬਚਪਨ 'ਚ ਮੈਨੂੰ ਨਹੀਂ ਲੱਗਦਾ ਜੀ ਤੋਂ ਬਿਨਾਂ ਅਸੀਂ ਬੋਲਦੇ। ਬਿਲਕੁਲ ਹੈ ਨਾ। ਅਸੀਂ ਕਦੇ ਵੀ ਤੂੰ ਤੜਾਕ ਕਰਕੇ ਗੱਲ ਨਹੀਂ ਸੀ ਕੀਤੀ। ਆਂਢ ਗੁਆਂਢ ਵੀ ਜੇ ਕਿਤੇ ਜਾਣਾ, ਮਾਸੀ ਜੀ, ਚਾਚੀ ਜੀ, ਤਾਇਆ ਜੀ, ਸਾਰਾ ਮਹੱਲਾ ਹੀ ਤੁਹਾਡਾ ਚਾਚੀ ਮਾਮਾ ਮਾਸੀ ਤਾਇਆ ਹੋ ਜਾਂਦਾ। ਠੀਕ ਗੱਲ ਹੈ, ਇਹ ਗੱਲ ਸਹੀ ਆ ਤੁਹਾਡੀ, ਹੈ ਨਾ। ਇਹ ਚੀਜ਼ਾਂ ਜਿਹੜੀਆਂ ਨਾ ਇਹ ਮਿਲਦੀਆਂ ਸਾਨੂੰ ਜੇ ਅਸੀਂ ਇੱਕ ਪਾਸੇ ਜਾਈਏ ਤੇ ਵਿਰਾਸਤ 'ਚ ਹੀ ਮਿਲਦੀਆਂ। ਬਿਲਕੁਲ ਮਿਲਦੀਆਂ ਜੀ, ਹੈ ਨਾ। ਪਰ ਹੁਣ ਕੀ ਕਾਰਨ ਆ ਵੀ ਇਹ ਬੱਚੇ ਜਿਹੜੇ ਆ ਇਦਾਂ ਦੀ ਬੋਲਚਾਲ ਦਾ ਸਲੀਕਾ ਸਿੱਖਣਾ ਭੁੱਲ ਹੀ ਗਏ ਆ ਜੀ। ਮਿੱਠਾ ਸਿੰਘ ਜੀ ਕਈ ਵਾਰੀ ਤਾਂ ਨਾ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਵੇਂ ਪਰਿਵਾਰਾਂ ਦੇ ਆਕਾਰ ਛੋਟੇ ਹੋ ਗਏ ਨਾ ਜੀ। ਅੱਗੇ ਜਿਹੜੀਆਂ ਦਾਦੀਆਂ ਨਾਨੀਆਂ ਸੀਗੀਆਂ, ਨਾਲੇ ਬੱਚੇ ਨੂੰ ਕੋਈ ਬਾਤ ਸੁਣਾਉਣੀ, ਨਾਲੇ ਉਹਨੂੰ ਦੱਸੀ ਜਾਣਾ ਵੀ ਆ ਐਸ ਢੰਗ ਨਾਲ ਬੋਲਣਾ ਹੈ, ਇਹ ਤੇਰਾ ਵੱਡਾ ਵਾ, ਇਹਨੂੰ ਜੀ ਕਹਿਣਾ, ਇਹਨੂੰ ਤਾਇਆ ਜੀ ਕਹਿਣਾ, ਇਹਨੂੰ ਮਾਮਾ ਜੀ ਕਹਿਣਾ। ਇਹੋ ਜਿਹੀਆਂ ਕਈ ਗੱਲਾਂ ਜਿਹੜੀਆਂ ਨਾ ਵੇਖੋ ਹੁਣ ਪਰਿਵਾਰ ਛੋਟੇ ਹੋ ਗਏ ਆ ਤਾਂ ਦੋਵੇਂ ਜੀ ਆਪੋ 'ਚ ਰੁੱਝੇ ਬੜੇ ਪਏ ਨੇ, ਇਸ ਕਰਕੇ ਉਹਨਾਂ ਗੱਲਾਂ ਕਰਕੇ ਜਿਹੜਾ ਮੈਨੂੰ ਲੱਗਦਾ ਵੀ ਇਹੋ ਜਿਹੀਆਂ ਇੱਕ ਖੜੋਤ ਜੀ ਆ ਗਈ। ਮਤਲਬ ਇਹ ਆ ਵੀ ਇਹ ਵੀ ਇੱਕ ਸਿੱਖਿਆ ਆ ਜਿਹੜੀ ਅਸੀਂ ਹੋਈ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੇਣੀ ਆ। ਬਿਲਕੁਲ ਠੀਕ ਹੈ ਨਾ। ਬਿਲਕੁਲ ਇਹ ਬਹੁਤ ਸਹੀ ਗੱਲ ਕੀਤੀ ਹੈ ਤੁਸੀਂ। ਇੱਕ ਗੱਲ ਹੁਣ ਮੈਂ ਵੀ ਕਰਨੀ ਆ ਡਾਕਟਰ ਸਾਹਿਬ, ਭਾ ਆਏ ਆ ਮੰਡੀਆਂ ਦੇ, ਇਹ ਸੁਣਾਓ ਜੀ ਪਹਿਲਾਂ। ਇਹ ਵੀ ਸੁਣਾਣੇ ਜ਼ਰੂਰੀ, ਅਰਥਚਾਰਾ ਪਹਿਲਾਂ ਜ਼ਰੂਰੀ ਆ। ਖੀਸੇ 'ਚ 4 ਛਿੱਲੜ ਹੋਣਗੇ ਤੇ ਗਾਂ ਗੱਲ ਵਧੂਗੀ ਆਪਾਂ। ਲਓ ਜੀ ਇਦਾਂ ਆ, ਮੰਡੀਆਂ ਦੇ ਭਾਅ ਅੱਜ ਆਲੂ ਵਿਕੇ ਆ ਜਲੰਧਰ 300 रुपये क्विंटल, अमृतसर 500 रुपये, मानसा 900 रुपये, गुरदासपुर 1600 रुपये, फाजिलका ते रैया 1000 रुपये क्विंटल। ठीक है जी।
ਪਿਆਜ਼ ਅੱਜ ਵਿਕਿਆ ਜੀ ਜਲੰਧਰ ਤੇ ਅੰਮ੍ਰਿਤਸਰ 1500 ਰੁਪਏ, ਮਾਨਸਾ 2300 ਰੁਪਏ, ਗੁਰਦਾਸਪੁਰ 2500 ਰੁਪਏ, ਫਾਜ਼ਿਲਕਾ ਵੀ 2500 ਰੁਪਏ ਤੇ ਰਈਆ 2100 ਰੁਪਏ ਜੀ। ਟਮਾਟਰ ਅੱਜ ਵਿਕਿਆ ਜੀ ਜਲੰਧਰ 550 ਰੁਪਏ ਕੁਇੰਟਲ, ਅੰਮ੍ਰਿਤਸਰ 700 ਰੁਪਏ, ਮਾਨਸਾ 1300 ਰੁਪਏ, ਗੁਰਦਾਸਪੁਰ 1800 ਰੁਪਏ, ਫਾਜ਼ਿਲਕਾ ਤੇ ਰਈਆ 1200 ਰੁਪਏ ਜੀ। ਬੈਂਗਨ ਅੱਜ ਜਲੰਧਰ ਵਿਕਿਆ 700 ਰੁਪਏ ਕੁਇੰਟਲ, ਅੰਮ੍ਰਿਤਸਰ 1200 ਰੁਪਏ, ਮਾਨਸਾ 2400 ਰੁਪਏ, ਗੁਰਦਾਸਪੁਰ ਤੇ ਫਾਜ਼ਿਲਕਾ 1000 ਰੁਪਏ ਕੁਇੰਟਲ ਬੈਂਗਨ ਦਾ ਭਾਅ ਰਿਹਾ ਤੇ ਰਈਆ 1100 ਰੁਪਏ ਜੀ। ਠੀਕ ਹੈ ਜੀ। ਘੀਆ ਅੱਜ ਵਿਕਿਆ ਜੀ ਜਲੰਧਰ 600 ਤੇ 50, 650 ਰੁਪਏ। ਠੀਕ ਹੈ ਜੀ। ਅੰਮ੍ਰਿਤਸਰ ਭਾਅ ਰਿਹਾ 1400। ਬੱਲੇ ਬੱਲੇ ਬੱਲੇ। ਮਾਨਸਾ ਬਹੁਤ ਭਾਅ ਮਿਲਿਆ ਜੀ ਅੱਜ 3500 ਰੁਪਏ ਕੁਇੰਟਲ। ਅੱਛਾ ਜੀ। ਗੁਰਦਾਸਪੁਰ, ਫਾਜ਼ਿਲਕਾ ਤੇ ਰਈਆ ਜੀ ਇਹ ਰਿਹਾ ਜੀ 1000 ਰੁਪਏ ਕੁਇੰਟਲ। ਠੀਕ ਹੈ ਜੀ। ਠੀਕ ਹੈ। ਇਹ ਤੇ ਸੀ ਜੀ ਮੰਡੀਆਂ ਦੇ ਭਾਅ ਜੀ। ਹੁਣ ਆ ਜਾਈਏ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ ਤੁਸੀਂ ਹੁਣ ਮਾਲਵੇ ਖੇਤਰ ਦੇ ਵਿਚਕਾਰ ਜੇ ਚਲੇ ਗਏ ਆ ਹੈ ਤੇ ਡਾਕਟਰ ਸਾਹਿਬ ਨਾਲ ਅੱਜ ਫਿਰ ਗੱਲਬਾਤ ਕਰਦੇ ਆ ਬਈ ਪੰਜਾਬ ਦਾ ਜਿਹੜਾ ਮਾਲਵਾ ਖੇਤਰ ਆ ਸਾਡਾ, ਉਹ ਵੈਟਨਰੀ ਯੂਨੀਵਰਸਿਟੀ ਦੀਆਂ ਉੱਥੇ ਕੀ ਸੇਵਾਵਾਂ ਨੇ। ਜੀ ਜੀ ਹੈ ਜੀ। ਜੀ। ਕਿਸਾਨ ਵੀਰੋ ਤੇ ਭੈਣੋ, ਜੇ ਤੁਸੀਂ ਵੀ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਤੇ ਸਾਨੂੰ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਆ 0181 281 42 61, 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਸਾਨੂੰ ਪੁੱਛ ਸਕਦੇ ਆ। ਡਾਕਟਰ ਸਾਹਿਬ ਬੈਠੇ ਆ, ਜਵਾਬ ਦੇਣਗੇ। ਡਾਕਟਰ ਸਾਹਿਬ ਜੀਓ, ਜਿਵੇਂ ਹਰਪ੍ਰੀਤ ਹੋਣਾ ਨੇ ਦੱਸਿਆ ਆ ਵੀ ਤੁਸੀਂ ਰਾਮਪੁਰਾ ਫੂਲ ਜਿਹੜਾ ਵੈਟਨਰੀ ਕਾਲਜ ਖੁੱਲ੍ਹਿਆ ਉੱਥੇ ਇਸ ਵੇਲੇ ਮੁਖੀਆਂ ਉੱਥੇ ਸੇਵਾ ਨਿਭਾ ਰਹੇ ਆ। ਤੇ ਜੇ ਮੈਂ ਤੁਹਾਨੂੰ ਇਹੋ ਹੀ ਪੁੱਛਣਾ ਚਾਹਾਂ ਵੀ ਯੂਨੀਵਰਸਿਟੀ ਜਿਹੜੀ ਲੁਧਿਆਣੇ ਆ ਸਾਡੀ ਵੈਟਨਰੀ ਬਹੁਤ ਵੱਡੀ ਆ, ਹੈ ਨਾ ਜੀ। ਇਹ ਰਾਮਪੁਰਾ ਫੂਲ ਜਾ ਕੇ ਕਾਲਜ ਖੋਲ੍ਹਣ ਦੀ ਕੀ ਲੋੜ ਪੈ ਗਈ, ਜਾਂ ਫਿਰ ਕੀ ਮੰਤਵ ਕੀ ਆ ਤੁਹਾਡਾ ਵੀ ਉੱਥੇ ਜਾ ਕੇ ਕਾਲਜ ਖੋਲ੍ਹਿਆ ਤੁਸੀਂ? ਜਿਹੜੇ ਸਾਡੀ ਯੂਨੀਵਰਸਿਟੀ ਹੈਗੀ ਲੁਧਿਆਣੇ ਹੈਗੀ ਆ, ਪੂਰੇ ਪੰਜਾਬ ਨੂੰ ਦੇ ਪਸ਼ੂ ਪਾਲਕਾਂ ਨੂੰ ਨਹੀਂ ਕਰ ਸਕਦੀ। ਆਪਣਾ ਪੰਜਾਬ ਬਹੁਤ ਵੱਡਾ ਸਟੇਟ ਹੈਗੀ ਹੈ, ਜਿਹੜੇ ਆਪਣੇ ਮਾਲਵੇ ਖੇਤਰ ਦੇ ਕਈ ਸਾਰੇ ਡਿਸਟ੍ਰਿਕਟ ਹੈਗੇ ਆ, ਜਿਵੇਂ ਬਰਨਾਲੇ ਤੋਂ ਹੀ ਸ਼ੁਰੂ ਕਰ ਲਈਏ, ਬਰਨਾਲਾ, ਬਠਿੰਡਾ, ਮੁਕਤਸਰ, ਮਾਨਸਾ। तो इधर ਦੇ ਜਿਹੜੇ ਸਾਡੇ ਪਸ਼ੂ ਪਾਲਕ ਹੈ ਇਹਨਾਂ ਕੋਲ ਲਗਭਗ 30% ਸਾਡੇ ਟੋਟਲ ਲਾਈਵ ਸਟਾਕ ਪਾਪੂਲੇਸ਼ਨ ਦਾ ਇਹਨਾਂ ਕੋਲ ਹੁੰਦਾ ਹੈ ਜੀ। ਤਾਂ ਉਹ ਸਾਰਿਆਂ ਨੂੰ ਉਹਨਾਂ ਨੂੰ ਬੜੀ ਤਕਲੀਫ ਰਹਿੰਦੀ ਸੀ ਕਿ ਆਪਣੇ ਕੋਈ ਪਸ਼ੂ ਉਹਨਾਂ ਦਾ ਬਿਮਾਰ ਹੋ ਜਾਂਦਾ ਸੀ, ਉਹਨਾਂ ਨੂੰ ਲੁਧਿਆਣੇ ਲੈ ਕੇ ਆਉਣਾ ਪੈਂਦਾ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰੀਕੇ ਦੀ ਉਹਦੇ ਵਿੱਚ ਜ਼ਰੂਰਤ ਪੈਂਦੀ ਸੀ, ਕੋਈ ਨੌਲੇਜ ਚਾਹੀਦੀ ਹੈ, ਕੋਈ ਐਕਸਪਰਟ ਓਪੀਨੀਅਨ ਚਾਹੀਦਾ ਹੈਗਾ, ਕੁਝ ਹੋਰ ਚਾਹੀਦਾ ਹੈਗਾ, ਉਹਨਾਂ ਤੱਕ ਗੱਲ ਪੂਰੀ ਤਰੀਕੇ ਨਾਲ ਪਹੁੰਚਦੇ ਨਹੀਂ ਸੀ। ਇਸ ਬਾਰੇ ਨੂੰ ਸੋਚਦੇ ਹੋਏ ਫਿਰ ਸਰਕਾਰ ਨੇ, ਸਾਡੀ ਯੂਨੀਵਰਸਿਟੀ ਨੇ ਮਿਲ ਕੇ ਇੱਕ ਬਹੁਤ ਬੜਾ ਅਦਾਰਾ ਉੱਥੇ ਸ਼ੁਰੂ ਕੀਤਾ ਜਿਹੜਾ ਕਿ ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ। ਜੇ ਆਹ ਇੱਕ ਛੋਟਾ ਜਿਹਾ ਰੂਪ ਹੈਗਾ ਆਪਣੇ ਸਾਡੀ ਯੂਨੀਵਰਸਿਟੀ ਦਾ, ਜਿਹੜੀ ਸਾਡੇ ਯੂਨੀਵਰਸਿਟੀ ਦੀ ਗਤੀਵਿਧੀਆਂ ਹੈਗੀਆਂ ਸਾਰੀਆਂ ਅਸੀਂ ਉੱਥੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਇਹ ਆ ਵੀ ਕਿਸਾਨਾਂ ਦੇ ਨੇੜੇ ਹੋ ਕੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਬੂਹੇ ਤੇ ਪਹੁੰਚ ਗਏ। ਹਾਂ ਸਹੀ ਬੂਹੇ ਤੇ ਪਹੁੰਚ ਗਏ, ਉਹਨਾਂ ਨੇ ਵੀ ਸੇਵਾ ਜਿਹੜੀ ਉੱਥੇ ਦਿੱਤੀ ਜਾਏ, ਉਹਨਾਂ ਦੀ ਭੱਜ ਦੌੜ ਜਿਹੜੀ ਆ ਉਹ ਤੋਂ ਬਚਾ ਕੀਤਾ। ਜੀ 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 ਬਿਲਕੁਲ। ਤੇ ਡਾਕਟਰ ਸਾਹਿਬ ਜਦੋਂ ਫਿਰ ਤੁਸੀਂ ਇਹ ਕਾਲਜ ਉੱਥੇ ਸਥਾਪਿਤ ਕੀਤਾ ਤੇ ਜਿਹੜੀਆਂ ਸੇਵਾਵਾਂ ਆਪਣੇ ਇੱਥੇ ਯੂਨੀਵਰਸਿਟੀ ਦਿੱਤੀਆਂ ਜਾ ਰਹੀਆਂ ਹੈ, ਤੁਸੀਂ ਉਹ ਸਾਰਿਆਂ ਦੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਉੱਥੇ ਵੀ ਦੇ ਰਹੇ ਜੇ, ਕੀ ਕੁਝ ਉੱਥੇ ਮੁਹੱਈਆ ਕਰ ਰਹੇ ਜੇ ਵੀ ਸਾਡਾ ਜਿਹੜਾ ਪਸ਼ੂ ਪਾਲਕ ਕਿਸਾਨ ਵੀਰ ਨੂੰ ਫਾਇਦਾ ਹੋਏ? ਬਿਲਕੁਲ ਜੀ, ਜਿਵੇਂ ਮੁੱਖ ਤੌਰ ਤੇ ਉੱਤੇ ਯੂਨੀਵਰਸਿਟੀ ਦੀ ਜਾਂ ਕਿਸੇ ਕਾਲਜ ਦੇ 3 ਕੰਮ ਹੁੰਦੇ ਆ। ਇੱਕ ਤਾਂ ਜੀ ਐਜੂਕੇਸ਼ਨ ਔਰ ਟੀਚਿੰਗ, ਜਿਹਨੂੰ ਕਹੀਏ ਪੜ੍ਹਾਈ ਕਰਾਈ ਜਾਏ। ਤਾਂ ਉਹਦੇ ਵਿੱਚ ਸਾਡੇ ਅਸੀਂ ਉੱਥੇ ਇੱਕ ਡਿਗਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ, ਬੈਚਲਰ ਇਨ ਵੈਟਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ। ਹਾਂਜੀ। ਉਸ ਤੋਂ ਬਾਅਦ ਦੂਜਾ ਜਿਹੜਾ ਸਾਡਾ ਹੁੰਦਾ ਕਿ ਖੋਜ ਕਰਨਾ, ਰਿਸਰਚ ਕਰਨਾ, ਜਿਹੜੇ ਪਸ਼ੂ ਪਾਲਣ ਦੀ ਬਿਮਾਰੀਆਂ ਦੇ ਨਾਲ ਰਿਲੇਟਡ, ਉਹਨਾਂ ਦੇ ਆਹਾਰ ਬਾਰੇ, ਉਹਨਾਂ ਦੀ ਹੋਰ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਬਾਰੇ ਅਸੀਂ ਖੋਜ ਕਰਦੇ ਹਾਂ। ਤੇ ਤੀਸਰਾ ਹੁੰਦਾ ਪ੍ਰਸਾਰ ਸਿੱਖਿਆ, ਜਿਹੜੀ ਅਸੀਂ ਖੋਜ ਕੀਤੀ ਹੈ, ਜਿਹੜੀ ਸਾਡੀ ਐਕਸਪਰਟ ਨੌਲੇਜ ਹੈਗੀ ਹੈ, ਉਹ ਸਾਰੇ ਜਿਹੜੇ ਜ਼ਰੂਰਤ ਜਿਹਨੂੰ ਹੈਗੀ ਹੈ ਉਹਦੇ ਤੱਕ ਪਹੁੰਚੇ। ਸਾਡਾ ਉਹ ਮਕਸਦ ਰਹਿੰਦਾ ਕਿ ਹਰੇਕ ਜਿਹੜੇ ਜ਼ਰੂਰਤਮੰਦ ਹੈਗਾ ਜਿਹੜੇ ਵੀ ਘਰ ਘਰ ਪਹੁੰਚਾਏ ਜਾਏ। ਸਹੀ ਗੱਲ। ਜਿਵੇਂ ਬੈਠੇ ਆਪਾਂ ਗੱਲਾਂ ਕਰਦੇ ਆ, ਹਾਂਜੀ, ਇਹ ਵੀ 4 ਸੱਜਣ ਜਿਹੜੇ ਆ ਤੁਸੀਂ ਗਾਹ ਦੱਸੋਗੇ ਜੀ, ਇਹ ਵੀ ਦੱਸਣਗੇ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਡਾਕਟਰ ਸਾਹਿਬ, ਇਹ ਤੇ ਤੁਸੀਂ ਆਪਣੇ ਵੱਲੋਂ ਚੀਜ਼ਾਂ ਮਿੱਥ ਲਈਆਂ ਹੈ ਵੀ ਅਸੀਂ ਇਹ ਕੰਮ ਉੱਥੇ ਕਰਨੇ ਆ ਜੀ, ਹੈ ਨਾ, ਵੀ ਲੋਕਾਂ ਤੱਕ ਚੀਜ਼ਾਂ ਪਹੁੰਚਾਉਣੀਆਂ ਆ, ਪੜ੍ਹਾਈ ਕਰਾਉਣੀ ਆ, ਖੋਜਾਂ ਤੁਸੀਂ ਕਰ ਲੈਣੀਆਂ। ਪਰ ਗੱਲ ਇਹ ਆ ਵੀ ਇਹ ਕਿਸਾਨ ਜਾਂ ਪਸ਼ੂ ਪਾਲਕ, ਇਹਨਾਂ ਦੀ ਭਲਾਈ ਵਾਸਤੇ ਤੁਸੀਂ ਕਿਹੜੇ ਕਾਰਜ ਕਰਦੇ? ਅਸੀਂ ਉੱਥੇ ਬਹੁਤ ਸਾਰੇ ਕਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਅਸੀਂ ਨਾ ਇੱਕ ਬੇਸਿਕਲੀ ਜਿਵੇਂ ਗੱਲ ਆਪਾਂ ਸ਼ੁਰੂ ਕੀਤੀ ਹੈ ਕਿ ਅਸੀਂ ਪਸ਼ੂ ਪਾਲਕਾਂ ਦੇ ਬੂਹੇ ਤੱਕ ਪਹੁੰਚ ਰਹੇ ਹੈਗੇ। ਸਾਡਾ ਉੱਥੇ ਅਸੀਂ ਉਹਨਾਂ ਨੂੰ ਉੱਥੇ ਕੈਂਪ ਲਾਉਂਦੇ ਹਾਂ, ਜਗ੍ਹਾ ਪਿੰਡਾਂ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਉੱਥੇ ਉਹਨਾਂ ਨੂੰ ਜਿਹੜੀ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਕਿ ਉਹਨਾਂ ਨੂੰ ਜਿਹੜੀ ਚਾਹੀਦੀ ਹੈਗੀ ਹੈ। ਫਿਰ ਅਸੀਂ ਉਸ ਤੋਂ ਬਾਅਦ ਉੱਥੇ ਅਸੀਂ
ਟ੍ਰੇਨਿੰਗ ਸਿਖਲਾਈ ਕੋਰਸ ਸ਼ੁਰੂ ਕੀਤੇ ਹੋਏ ਆ ਬਹੁਤ। ਸਾਡੇ ਕੋਲ ਉੱਥੇ ਇੱਕ ਬਹੁਤ ਬੜਾ ਹਸਪੀਟਲ ਹੈਗਾ ਜਿੱਥੇ ਅਸੀਂ ਸਾਰੀਆਂ ਤਰੀਕੇ ਦੇ ਇਲਾਜ ਕਰਦੇ ਹੈਗੇ ਆ। ਫਿਰ ਸਾਡੇ ਉੱਥੇ ਇੱਕ ਲੈਬੋਰਟਰੀ ਸਟੈਬਲਿਸ਼ ਕੀਤੀ ਹੈ ਜਿੱਥੇ ਕਿ ਅਸੀਂ ਸਾਰਾ ਉਹਨਾਂ ਦੇ ਕੋਈ ਐਗਜ਼ਾਮਿਨ ਕਰਨਾ ਹੈ ਕਿ ਉਹਦੇ ਕੋਈ ਅਸੀਂ ਯੂਰੀਨ ਮਤਲਬ ਪਿਸ਼ਾਬ ਦਾ, ਦੂਸਰੇ ਖੂਨ ਦੀ ਜਾਂਚ, ਹਾਂ ਖੂਨ ਦੀ ਜਾਂਚ ਕਰਨੀ ਆ, ਉਹ ਕਰਨੀ ਆ, ਉਹਦੇ ਬਾਰੇ ਕਰਦੇ ਹਾਂ। ਫਿਰ ਅਸੀਂ ਉੱਥੇ ਜਿਵੇਂ ਸਾਇੰਟੀਫਿਕ ਤਰੀਕੇ ਨਾਲ ਕਿਵੇਂ ਅਸੀਂ ਆਪਾਂ ਵਰਮੀ ਕੰਪੋਸਟਿੰਗ ਹੁੰਦੀ ਹੈ ਜਿਹੜੀ ਕਹਿੰਦੇ ਕੇਂਚੂਏ ਵਾਲੀ ਖਾਦ, ਗੰਡੋਏ ਵਾਲੀ ਖਾਦ ਹੈ, ਉਹ ਬਣਾਉਣ ਦੇ ਤਰੀਕੇ ਹੈ। ਹੁਣ ਅਸੀਂ ਉੱਥੇ ਅੱਗੇ ਹੁਣ ਫਿਸ਼ਰੀ ਦਾ ਵੀ ਸ਼ੁਰੂ ਕਰ ਰਹੇ ਹਾਂ ਕੰਮ ਜੀ ਸਾਡਾ। ਉੱਥੇ ਅਸੀਂ ਲੋਕਾਂ ਨੂੰ ਫਿਸ਼ਰੀ ਦੇ ਕਿਵੇਂ ਪਾਲਣ ਕਰਨਾ ਚਾਹੀਦਾ ਉਹਦੇ ਬਾਰੇ ਵੀ ਕਰ ਰਹੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਉੱਥੇ ਸਾਡੇ ਕਈ ਲਾਈਵ ਸਟਾਕ ਪ੍ਰੋਡਿਊਸ ਹੁੰਦਾ ਹੈ ਕਿ ਅੰਡੇ, ਮੀਟ, ਮੱਛੀ, ਇਹਨਾਂ ਦੀ ਵੀ ਅਸੀਂ ਉਹਨਾਂ ਨੂੰ ਸੇਲ ਵੀ ਕਰਦੇ ਹਾਂ। ਉਹਦੇ ਬਾਰੇ ਅੱਗੇ ਉਹਨਾਂ ਨੇ ਕੋਈ ਉਹਦੇ ਪ੍ਰੋਡਕਟ ਬਣਾ ਕੇ ਕਿਵੇਂ ਕਰਨਾ ਹੈ ਉਹਦੇ ਬਾਰੇ ਵੀ ਅਸੀਂ ਪੂਰੀ ਜਾਣਕਾਰੀ ਉਹਨਾਂ ਨੂੰ ਉਪਲਬਧ ਕਰਾਉਂਦੇ ਹਾਂ ਔਰ ਉਹਦੇ ਵਾਸਤੇ ਵੀ ਹੈਲਪ ਕਰਦੇ ਹਾਂ ਸਾਰੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਡਾਕਟਰ ਸਾਹਿਬ ਤੁਸੀਂ ਯਤਨ ਤੇ ਕਾਫੀ ਕਰ ਰਹੇ ਜੇ ਤੇ ਇਹ ਤੁਹਾਡੇ ਉਪਰਾਲੇ ਬੜੇ ਸੁਚੱਜੇ ਵੀ ਨੇ, ਪਰ ਮੈਨੂੰ ਇੱਕ ਗੱਲ ਜਿਹੜੀ ਇਹਦੇ ਚੋਂ ਹੋਰ ਵਿਸ਼ੇਸ਼ ਤੌਰ ਤੇ ਲੱਗੀ ਕਿ ਜਿਹੜਾ ਵੇਖੋ ਸਾਡਾ ਪਸ਼ੂ ਪਾਲਕ ਹੈ ਨਾ, ਉਹ ਜਦੋਂ ਪਸ਼ੂ ਪਾਲਦਾ ਹੈ ਤਾਂ ਉਹਨੂੰ ਕਈ, ਕਿਉਂਕਿ ਵੇਖੋ ਕੁਦਰਤੀ ਪ੍ਰਾਣੀ ਆ ਤਾਂ ਸਮੱਸਿਆਵਾਂ ਸਿਹਤ ਦੀਆਂ ਬੜੀਆਂ ਆਉਂਦੀਆਂ। ਜਿਹੜਾ ਤੁਸੀਂ ਪਸ਼ੂ ਹਸਪਤਾਲ ਉੱਥੇ ਸਥਾਪਿਤ ਕੀਤਾ ਹੈ ਉਹਦੇ ਵਿੱਚ ਤੁਸੀਂ ਕਿਹੋ ਜਿਹੇ ਇਲਾਜ ਕਰਦੇ ਜੇ, ਕਿਹੋ ਜਿਹੀਆਂ ਸੇਵਾਵਾਂ ਦਿੰਦੇ ਜੇ, ਜਾਂ ਜੇ ਕੋਈ ਉੱਥੇ ਲੈ ਕੇ ਆ ਜਾਂਦਾ ਤਾਂ ਕੋਈ ਖਰਚ ਪੱਠਾ ਉਹਦਾ ਕੋਈ ਬਹੁਤਾ ਤਾਂ ਨਹੀਂ ਲੱਗਦਾ? ਬਿਲਕੁਲ ਜੀ, ਅਸੀਂ ਉੱਥੇ ਸਾਰੀ ਤਰ੍ਹਾਂ ਦੀ ਸੁਵਿਧਾਵਾਂ ਦਿੱਤੀਆਂ ਪਸ਼ੂਆਂ ਦੇ ਇਲਾਜ ਵਾਸਤੇ ਜਿਹੜੀ ਜ਼ਰੂਰਤ ਹੈਗੀ ਆ। ਸਾਡੇ ਕੋਲ ਉੱਥੇ ਐਕਸ-ਰੇ ਮਸ਼ੀਨਾਂ ਵੀ ਹੈਗੀਆਂ, ਅਲਟਰਾਸਾਊਂਡ ਕਰਾਉਣਾ ਤਾਂ ਅਲਟਰਾਸਾਊਂਡ ਕਰਨ ਦਾ ਵੀ ਹੈਗਾ ਸਾਰਾ ਤਰੀਕਾ। ਫਿਰ ਉਸ ਤੋਂ ਬਾਅਦ ਜਿਹੜੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮਲ ਮੂਤਰ ਦੀ ਜਾਂਚ ਕਰਨੀ ਹੈ, ਜਦੋਂ ਤੱਕ ਤੁਸੀਂ ਸਹੀ ਢੰਗ ਨਾਲ ਬਿਮਾਰੀ ਨੂੰ ਨਹੀਂ ਫੜੋਗੇ, ਪਛਾਣੋਗੇ ਨਹੀਂ, ਉਦੋਂ ਤੱਕ ਤੁਸੀਂ ਉਹਦਾ ਇਲਾਜ ਵੀ ਸਹੀ ਨਹੀਂ ਕਰੋਗੇ। ਤੋ ਅਸੀਂ ਉੱਥੇ ਕਈ ਤਰੀਕੇ ਦੇ ਜਿਵੇਂ ਆਪਰੇਸ਼ਨ ਹੈ, ਕਿਸੇ ਦੀ ਮੱਝ ਦੀ ਬਾਂਹ ਟੁੱਟ ਗਈ, ਕਿਸੇ ਦੀ ਲੱਤ ਟੁੱਟ ਗਈ ਜਾਂ ਕੁਝ ਹੋਰ ਹੈ, ਉਹਨਾਂ ਬਾਰੇ ਵੀ ਉਹਨਾਂ ਨੂੰ ਉਹਦੇ ਆਪਰੇਸ਼ਨ ਕਰਨੇ। ਫਿਰ ਕਈ ਜਿਵੇਂ ਉੱਥੇ ਸਾਰੇ ਪ੍ਰਾਣੀਆਂ ਦਾ ਕੀਤਾ ਜਾਂਦਾ ਹੈ ਕਿ ਆਪਾਂ ਜਿਵੇਂ ਕੁੱਤੇ ਬਿੱਲੀ ਰੱਖਦੇ ਹਾਂ ਉਹਦਾ ਵੀ ਇਲਾਜ ਕਰਦੇ ਹਾਂ ਅਸੀਂ, ਮੱਝਾਂ ਗਾਵਾਂ ਦਾ ਵੀ ਕਰਦੇ ਹਾਂ। ਉਸ ਤੋਂ ਇਲਾਵਾ ਕਈ ਜਿਹੜੇ ਦੂਸਰੀ ਇਵਨ ਪੰਛੀਆਂ ਦਾ ਵੀ ਅਸੀਂ ਉੱਥੇ ਰੱਖਿਆ ਕਿ ਸਪੈਸ਼ਲ ਕਈ ਉੱਧਰਲੇ ਪਾਸੇ ਨਾ ਮੋਰ, ਔਰ ਸਾਡੇ ਕੋਲ ਪਿਛਲੇ ਦਿਨੋਂ ਹੀ ਆਏ ਸੀ ਕਿ ਮੋਰ ਲੈ ਕੇ ਆ ਗਿਆ ਉਹਨੂੰ ਅਸੀਂ, ਹਾਂਜੀ, ਤਾਂ ਅਸੀਂ ਉਹਦੇ ਵਾਸਤੇ ਵੀ ਉਹਨਾਂ ਇਲਾਜ ਕੀਤੇ। ਕਈ ਕਬੂਤਰ ਰੱਖੇ ਹੁੰਦੇ ਆ ਲੋਕਾਂ ਨੇ, ਕਬੂਤਰਾਂ ਦੇ ਇਲਾਜ ਉਹਦੇ ਵਾਸਤੇ ਕੀਤਾ। ਫਿਰ ਉਸ ਤੋਂ ਇਲਾਵਾ ਵੀ ਸਾਡੇ ਉੱਥੇ ਬਹੁਤ ਸਾਰੀਆਂ ਦੂਸਰੀਆਂ ਸੁਵਿਧਾਵਾਂ ਵੀ ਦਿੱਤੀਆਂ ਕਿ ਆਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਹੈਗੀਆਂ ਸਾਡੀਆਂ ਆਹ ਫ੍ਰੀ ਆਫ ਕੋਸਟ ਹੈ। ਅੱਛਾ ਡਾਕਟਰ ਸਾਹਿਬ ਜੀ, ਇਹ ਗੱਲਬਾਤ ਆਪਾਂ ਜਾਰੀ ਰੱਖਾਂਗੇ। ਇੱਕ ਟੈਲੀਫੋਨ ਆ ਗਿਆ ਸੱਜਣਾ ਦਾ, ਆਪਾਂ ਉਹ ਸੁਣ ਲਈਏ ਜੀ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਗੁਰਨਾਮ ਸਿੰਘ ਵਾਰਵਲ ਬੋਲ ਰਿਹਾ ਜੀ, ਮਗੂ ਜ਼ਿਲ੍ਹਾ ਫਿਰੋਜ਼ਪੁਰ। ਜੀ ਗੁਰਨਾਮ ਜੀ। ਸਰ ਮੈਂ ਪੁੱਛਣਾ ਚਾਹੁੰਦਾ, ਜਿਵੇਂ ਹੁਣ ਕਿਸਾਨਾਂ ਵਾਲੀ ਅਸੀਂ ਡੇਅਰੀ ਫਾਰਮਿੰਗ ਖੋਲ੍ਹਣਾ ਚਾਹੁੰਦੇ ਹਾਂ, ਸਾਡੇ ਲਈ ਕੋਈ ਟ੍ਰੇਨਿੰਗ ਫਿਰੋਜ਼ਪੁਰ ਜ਼ਿਲ੍ਹੇ ਦੀ ਜਾਂ ਕੋਈ ਇੱਥੇ ਅਸੀਂ ਕਰ ਸਕੀਏ, ਜਾਂ ਰਾਮਪੁਰਾ ਫੂਲ ਆ ਗਈ? ਬਿਲਕੁਲ ਜੀ, ਆ ਤੁਸੀਂ ਬਹੁਤ, ਗੁਰਨਾਮ ਸਿੰਘ ਜੀ, ਬਹੁਤ ਚੰਗੀ ਗੱਲ ਪੁੱਛੀ। ਸਾਡਾ ਜਿਹੜਾ ਆਹ ਇੰਸਟੀਚਿਊਟ ਹੈਗਾ, ਆਹ ਐਗਰੀਕਲਚਰ ਸਕਿੱਲ ਕਾਉਂਸਲ ਆਫ ਇੰਡੀਆ ਹੈ, ਜਿਹੜੀ ਕਿ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਉਹਦੇ ਅੰਡਰ ਅਪਰੂਵਡ ਹੈਗਾ ਡੇਅਰੀ ਫਾਰਮਿੰਗ ਵਾਸਤੇ। ਅਸੀਂ ਉੱਥੇ ਲਗਾਤਾਰ ਡੇਅਰੀ ਫਾਰਮਿੰਗ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ, ਉਹ ਵੀ ਫ੍ਰੀ ਆਫ ਕੋਸਟ। ਜਿਹੜੀਆਂ ਆਪਣੀਆਂ ਭੈਣਾਂ ਹੈਗੀਆਂ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਹੈ, ਈਵਨ ਦੂਸਰਿਆਂ ਵਾਸਤੇ ਵੀ ਅਸੀਂ ਹਾਲੇ ਫ੍ਰੀ ਆਫ ਕੋਸਟ ਰੱਖਿਆ ਹੋਇਆ। ਔਰ ਇਹ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ, ਆਹ ਜਿਹੜੇ ਸਿਖਲਾਈ ਪ੍ਰੋਗਰਾਮ ਹੈਗਾ, ਆਹ ਇਹਦੇ ਵਾਸਤੇ ਅਸੀਂ ਕੰਪਲੀਟ ਉਹਨਾਂ ਨੂੰ 200 ਘੰਟੇ ਦੀ ਟ੍ਰੇਨਿੰਗ ਦਿੰਦੇ ਹਾਂ। ਉਹਦੇ ਵਿੱਚ ਉਹਨੂੰ ਸਾਰਾ ਕੁਝ ਸਿਖਾਇਆ ਜਾਂਦਾ ਕਿ ਉਹਨੂੰ ਕਿਵੇਂ ਤੁਸੀਂ ਆਪਣੇ ਬਣਾਉਣਾ ਹੈ, ਉੱਥੇ ਪਸ਼ੂਆਂ ਦਾ ਆਹਾਰ ਵਾਸਤੇ ਕਿਵੇਂ ਜਾਣਾ, ਉਹਦੇ ਵਾਸਤੇ ਕੋਈ ਤੁਸੀਂ ਰਹਿਣ ਸਹਿਣ ਵਾਸਤੇ ਉੱਥੇ ਕੋਈ ਉਹਦੇ ਜਿਵੇਂ ਸ਼ੈੱਡ ਬਣਾਉਣਾ ਹੈ, ਉਹਦੇ ਕੀ ਪਲਾਨਿੰਗ ਕਰਨੀ ਚਾਹੀਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਕਿਹੜੀਆਂ ਕਾਮਨ ਤੁਸੀਂ ਉਹਨੂੰ ਆਹਾਰ ਦੇਣਾ ਜਾਂ ਕੋਈ ਮਿਨਰਲ ਮਿਕਸਚਰ ਦੇਣੇ ਆ ਤਾਂ ਕਿੰਨਾ ਦੇਣਾ ਹੈ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਨੈਕਸਟ ਸਟੈਪ 'ਤੇ ਜਾਂਦੇ ਹੋ ਕਿ ਉਹਨੂੰ ਤੁਸੀਂ ਖੋਲ੍ਹਣਾ ਹੈ, ਤਾਂ ਖੋਲ੍ਹਣ ਵਾਸਤੇ ਤੁਹਾਨੂੰ ਕੋਈ ਲੋਨ ਦੀ ਪੈਸੇ ਦੀ ਵੀ ਜ਼ਰੂਰਤ ਪੈਂਦੀ ਹੈ। ਤਾਂ ਪੈਸੇ ਤੁਸੀਂ ਕਿੱਥੋਂ ਮਿਲਣਗੇ, ਤੁਹਾਨੂੰ ਕਿਹੜੇ ਬੈਂਕ ਦਿੰਦਾ ਹੈ, ਕਿਵੇਂ ਉਹਦੇ ਵਿੱਚ ਕੋਈ ਸਬਸਿਡੀ ਜਾਂ ਕੋਈ ਸਕੀਮ ਆਪਣੀ ਚੱਲ ਰਹੀ ਹੈ, ਉਹਦੇ ਬਾਰੇ ਵੀ ਉਹਨਾਂ ਨੂੰ ਕੰਪਲੀਟ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਮਿਲ ਜੁਲ ਕੇ ਉਸ ਕੰਮ ਨੂੰ ਕਰ ਸਕਣ, ਚੰਗੇ ਤਰ੍ਹਾਂ ਲਾਹੇਵੰਦ ਤਰੀਕੇ ਨਾਲ ਉਹਨੂੰ ਕਰ ਸਕਣ, ਕੰਮ ਕਰ ਸਕਣ। ਬਾਕੀ ਇਹ ਆ ਵੀ ਜਿਵੇਂ ਇਹਨਾਂ ਨੇ ਪੁੱਛਿਆ ਵੀ ਸਾਡੇ ਉੱਧਰ ਫਿਰੋਜ਼ਪੁਰ ਜ਼ਿਲ੍ਹੇ 'ਚ ਕੋਈ ਹੈ ਜਾਂ ਅਸੀਂ ਰਾਮਪੁਰੇ ਫੁੱਲ ਆਈਏ, ਮੈਂ ਚਾਹੁੰਦਾ ਵੀ ਜਿੱਥੇ ਤੁਹਾਨੂੰ ਲੁਧਿਆਣਾ ਨੇੜੇ ਪੈਂਦਾ ਤੇ ਤੁਸੀਂ ਉੱਥੇ ਜਾਓ। ਹਾਂਜੀ ਬਿਲਕੁਲ ਜੀ। ਬਾਕੀ ਸਾਡੇ ਉੱਥੇ ਅਸੀਂ ਹੁਣੇ ਥੋੜੇ ਪਿਛਲੇ ਮਹੀਨੇ ਵੀ ਕੀਤੀ ਸੀ, ਸਾਡੇ ਕੋਲ ਫਿਰੋਜ਼ਪੁਰ ਜ਼ਿਲ੍ਹੇ ਤੋਂ ਕਈ ਕਿਸਾਨਾਂ ਨੇ ਸਾਡੇ ਟ੍ਰੇਨਿੰਗ ਵਿੱਚ ਪਾਰਟਿਸਿਪੇਟ ਕੀਤਾ ਸੀ, ਤਾਂ ਸਾਡੇ ਕੋਲ ਕਾਫੀ ਉੱਧਰੋਂ ਕਿਸਾਨ ਆ ਰਹੇ ਹਨ। ਜੀ। ਤੇ ਬਾਕੀ ਆਪਣੀ ਗੱਲਬਾਤ ਚੱਲਦੀ ਪਈ ਸੀ ਜੀ। ਪਹਿਲਾਂ ਹਰਪ੍ਰੀਤ ਜੀ ਨੇ ਤੁਹਾਨੂੰ ਬੜਾ ਵਧੀਆ ਸਵਾਲ ਪੁੱਛਿਆ। ਕਬੂਤਰ ਤੇ ਮਿੱਠਾ ਸਿੰਘ ਜੀ ਤੁਸੀਂ ਵੀ ਰੱਖੇ ਹੋਏ ਸੀ? ਆ ਮੈਂ ਰੱਖੇ ਸੀ ਪਰ ਹੁਣ ਨਹੀਂ ਰੱਖੇ, ਉਹਨੇ ਹੀ ਸਾਂਭੇ ਨਹੀਂ ਜਾਂਦੇ। ਠੀਕ ਹੈ। ਤੇ ਤੁਸੀਂ ਆਂਦੇ ਹੋ ਵੀ ਉੱਥੇ ਕਿਸੇ ਤਰ੍ਹਾਂ ਦਾ ਵੀ ਜਾਨਵਰ ਤੁਹਾਡੇ ਕੋਲ ਆ ਜਾਏ ਤੇ ਤੁਸੀਂ ਉਹਦਾ ਇਲਾਜ ਜਿਹੜਾ ਉਹ ਕਰਦੇ ਆ, ਤੇ ਉਹਦੇ ਬਾਰੇ ਆਪਣੀ ਗੱਲਬਾਤ ਜਾਰੀ ਰੱਖੋ। ਬਿਲਕੁਲ, ਸਾਡੇ ਉੱਥੇ ਆਪਰੇਸ਼ਨ ਥੀਏਟਰ ਅਸੀਂ ਬਣਾਏ ਹੋਏ ਹੈਗੇ ਕਿ ਸਾਡੇ ਉੱਥੇ ਸਾਰੇ ਆਪਰੇਸ਼ਨ ਸਾਰੇ ਤਰੀਕੇ ਦੇ ਕੀਤੇ ਜਾਂਦੇ ਆ। ਫਿਰ ਜਿਹੜੀ ਮੁੱਖ ਤੌਰ ਤੇ ਸਮੱਸਿਆ ਆਉਂਦੀ ਗਾਇਨੋਕੋਲੋਜੀ ਦੀ ਪ੍ਰੋਬਲਮ ਆਉਂਦੀ ਹੈ, ਪ੍ਰਜਨਨ ਦੀ ਸਭ ਤੋਂ ਜ਼ਿਆਦਾ ਹੈਗੀ, ਸੁਣਦੀ ਨਹੀਂ ਹੈਗੀ, ਉਹਦੇ ਬਾਰੇ ਜੇ ਕੋਈ ਟ੍ਰੀਟਮੈਂਟ ਆ ਉਹ ਵੀ ਸਾਰੀ ਉੱਥੇ ਕੀਤੀ ਜਾਂਦੀ ਹੈਗੀ ਆ।
ਤੋ ਅਸੀਂ ਜਿਹੜੀਆਂ ਵੀ ਪ੍ਰੋਬਲਮ ਹੈ, ਔਰ ਇੱਕ ਨਾ ਕੁਝ ਏਰੀਆ ਸਪੈਸੀਫਿਕ ਵੀ ਪ੍ਰੋਬਲਮਸ ਆਉਂਦੀਆਂ ਕਿ ਕਿਹੜੇ ਕਈ ਕੀੜੇ ਹੁੰਦੇ ਆ ਇੱਕ ਏਰੀਆ ਦੇ ਵਿੱਚ ਮਿਲਦੇ ਆ, ਤੋ ਅਸੀਂ ਉਹਦੇ ਬਾਰੇ ਖੋਜ ਕਰਕੇ ਉਹਦੇ ਵਾਸਤੇ ਕਿਹੜੀ ਦਵਾਈ ਸਭ ਤੋਂ ਵਧੀਆ ਹੈਗੀ ਹੈ, ਉਹ ਦਵਾਈ ਦਾ ਅਸੀਂ ਉਹ ਰਿਕਮੈਂਡ ਕਰਦੇ ਹਾਂ ਤਾਂ ਕਿ ਉਹ ਕਿਸਾਨ ਵੀਰ ਉਸੇ ਨੂੰ ਹੀ ਅਪਣਾਉਣ। ਉਹ ਕਿਉਂਕਿ ਜਿਹੜੀ ਕੀੜੇ ਮਾਰਨ ਦਾ ਹੈ ਉਹ ਰੈਗੂਲਰ ਬੇਸ ਤੇ ਲੈਣੀ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਦੇਖਦੇ ਹੋ ਕਿ ਜਾਨਵਰ ਨੂੰ ਤੁਸੀਂ ਖਿਲਾਓਗੇ, ਪਤਾ ਲੱਗਾ ਉਹਦੇ ਢਿੱਡ ਦੇ ਕੀੜੇ ਹੀ ਖਾਈ ਜਾਂਦੇ ਆ, ਜਾਨਵਰ ਨੂੰ ਉਹਦਾ ਖਿਲਾਉਣ ਦਾ ਵੀ ਫਾਇਦਾ ਨਹੀਂ ਹੋ ਰਿਹਾ ਹੈਗਾ। ਤੋ ਆਹ ਇੱਕ ਬਹੁਤ ਬੜੀ ਸਮੱਸਿਆ ਹੈ। ਤੋ ਅਸੀਂ ਉਹ ਏਰੀਏ ਦੇ ਬਾਰੇ ਖੋਜ ਕਰਦੇ ਹਾਂ ਪ੍ਰੋਪਰਲੀ, ਔਰ ਅਸੀਂ ਕਿਹੜੇ ਉੱਥੇ ਜਿਹੜੇ ਕੀੜੇ ਹੈਗੇ ਆ ਉਹਨਾਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ। ਫਿਰ ਉਸ ਤੋਂ ਬਾਅਦ ਦੂਸਰੀ ਚੀਜ਼ ਹੁੰਦੀ ਹੈ ਸਿਹਤ ਵਾਸਤੇ ਕਿ ਉਹਦੇ ਤੇ ਜਿਹੜੇ ਤੱਤ ਮਿਲਦੇ ਆ, ਮਿਨਰਲ ਕਿਹੜੇ ਆ, ਧਾਤਾਂ ਦਾ ਚੂਰਨ ਅਸੀਂ ਉੱਥੇ ਨਾ ਹੀ ਬਣਾਇਆ ਉਸੇ ਏਰੀਆ ਦੇ ਹਿਸਾਬ ਨਾਲ। ਅਸੀਂ ਉੱਥੇ ਜਿਹੜੇ ਜਿੰਨੇ ਵੀ ਉੱਥੇ ਆਪਣੀ ਮਿੱਟੀ ਦੀ ਪ੍ਰੋਪਰਲੀ ਜਾਂਚ ਕਰਕੇ ਕਿ ਉੱਥੇ ਕਿਹੜੀ ਧਾਤ ਦੀ ਜ਼ਿਆਦਾ ਹੈਗੀ ਆ, ਬੜਤਰ ਹੈਗੀ ਆ, ਜਿਹਦੀ ਕਿਹਦੀ ਘੱਟ ਹੈਗੀ ਆ, ਉਸ ਹਿਸਾਬ ਨਾਲ ਅਸੀਂ ਤਿਆਰ ਕੀਤਾ ਧਾਤਾਂ ਦਾ ਚੂਰਨ। ਮਤਲਬ ਪਸ਼ੂਆਂ ਨੂੰ ਵੀ ਉਹੀ ਮਾਫਕ ਹੋਵੇ ਤੇ ਅਸੀਂ ਜ਼ਿਆਦਾ ਜਿਹੜਾ ਮੁਨਾਫਾ ਲੈ ਸਕੀਏ। ਬਿਲਕੁਲ ਜੀ, ਵਾਹ ਜੀ ਵਾਹ, ਬਹੁਤ ਅੱਛਾ। ਡਾਕਟਰ ਸਾਹਿਬ, ਸਿਖਲਾਈ ਦੀ ਜੇ ਗੱਲ ਚੱਲੀ ਸੀ, ਜਿਵੇਂ ਤੁਸੀਂ ਦੱਸਿਆ 200 ਦਿਨ ਦੀ ਸਿਖਲਾਈ, 200 ਘੰਟੇ ਦੀ, 200 ਘੰਟੇ ਦੀ ਹੈ ਨਾ। ਤੇ ਅੱਜ ਕੱਲ੍ਹ ਜਿਵੇਂ ਆ ਕੋਵਿਡ ਚੱਲਦਾ ਪਿਆ, ਕਰੋਨਾ, ਤੇ ਉੱਥੇ ਵੀ ਤੁਸੀਂ ਕੈਂਪ ਲਾਉਂਦੇ ਆ ਜਾਂ ਉਹਦੇ ਤੋਂ ਥੋੜਾ ਜਿਹਾ ਆਨਲਾਈਨ ਅੱਜ ਕੱਲ੍ਹ ਬਹੁਤ ਇਹ ਚੱਲਿਆ ਹੈ ਨਾ, ਤੇ ਜਾਂ ਫਿਰ ਥੋੜੀ ਜਿਹੀ ਸਿਖਲਾਈ ਕਿਸੇ ਨੇ ਲੈਣੀ ਹੋਵੇ ਕਿ ਕਿਹੜੇ ਸਿਖਲਾਈ ਕੋਰਸ ਆ ਤੁਹਾਡੇ? ਮਿੱਠਾ ਸਿੰਘ ਜੀ, ਤੁਸੀਂ ਆਹ ਬਹੁਤ ਗੱਲ ਵਧੀਆ ਕੀਤੀ। ਅੱਜ ਕੱਲ੍ਹ ਜਿਹੜਾ ਵੀ ਕੰਮ ਹੋ ਰਿਹਾ ਆਨਲਾਈਨ ਹੋ ਰਿਹਾ ਜੀ। ਤਾਂ ਅਸੀਂ ਆਹ ਜਿਹੜੇ ਕਈ ਸਿਖਲਾਈ ਕੋਰਸ ਹੈਗੇ ਅਸੀਂ ਆਨਲਾਈਨ ਵੀ ਚਲਾਏ ਹੋਏ ਹੈਗੇ ਜੀ। ਉਹਦੇ 'ਚ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਕਰਨ ਵਾਸਤੇ ਬੁਲਾਉਂਦੇ ਹਾਂ ਕਿ ਉੱਥੇ ਪ੍ਰੈਕਟੀਕਲ ਆ ਕੇ ਕਰਨ, ਸਾਡੇ ਫਾਰਮ 'ਤੇ ਸਿੱਖਣਗੇ ਔਰ ਦੂਸਰੀ ਚੀਜ਼ਾਂ ਕਰਨਗੇ। ਜਿਹੜੇ ਸਾਡੇ ਥਿਊਰੀ ਦੇ ਲੈਕਚਰ ਹੈਗੇ ਆ ਉਹ ਅਸੀਂ ਉਹਨਾਂ ਵੀਡੀਓ ਦੇ ਰਾਹੀਂ, ਕਈ ਅਸੀਂ ਵੀਡੀਓ ਵੀ ਬਣਾਈਆਂ ਹੋਈਆਂ ਯੂਨੀਵਰਸਿਟੀ ਨੇ, ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਆਨਲਾਈਨ ਲੈਕਚਰ ਵੀ ਦਿੰਦੇ ਹਾਂ। ਤਾਂ ਉਹਨਾਂ ਨੂੰ ਉਹ ਸਾਰੀਆਂ ਜਿਹੜੀ ਹੈਗੀਆਂ ਇਨਫੋਰਮੇਸ਼ਨ ਹੈਗੇ ਆ ਉਹ ਅਸੀਂ ਉਹਨਾਂ ਕੋਲ ਉਪਲਬਧ ਕਰਾਉਂਦੇ ਹਾਂ। ਅਸੀਂ ਉਹਦੇ ਬਾਰੇ ਸਾਹਿਤ ਵੀ ਤਿਆਰ ਕੀਤਾ ਹੋਇਆ, ਲਿਟਰੇਚਰ ਬਣਾਇਆ ਹੈਗੀ ਆ, ਤੇ ਅਸੀਂ ਕਿਤਾਬਾਂ ਕੱਢੀਆਂ ਹੋਈਆਂ, ਉਹ ਕਿਤਾਬਾਂ ਵੀ ਉਹਨਾਂ ਨੂੰ ਉਪਲਬਧ ਕਰਾਉਂਦੇ ਹਾਂ ਤਾਂ ਕਿ ਉਹ ਪੜ੍ਹ ਸਕਣ। ਫਿਰ ਉਸ ਤੋਂ ਬਾਅਦ ਸਾਡੇ ਅਸੀਂ ਫੋਨ ਲਾਈਨ ਦਿੱਤੀ ਹੋਈ ਹੈ, ਉਹ ਫੋਨ ਦੇ ਉੱਤੇ ਸਾਡੇ ਨਾਲ ਕਦੇ ਵੀ ਕੰਟੈਕਟ ਕਰ ਸਕਦੇ ਹੈਗੇ ਆ, ਰਾਬਤਾ ਕਾਇਮ ਕਰ ਸਕਦੇ ਹਾਂ। ਉਹ ਜਿਹੜੀ ਉਹਨਾਂ ਦੀ ਸਮੱਸਿਆएं ਹੈ ਉਹ ਸਾਡੇ ਉਹਦੇ ਬਾਰੇ ਜਾਣਕਾਰੀ ਸਾਡੇ ਤੋਂ ਲੈ ਸਕਦੇ ਹਾਂ, ਸਾਰੇ ਅਸੀਂ ਉਹਨਾਂ ਨੂੰ ਉਹਦੇ ਬਾਰੇ ਦੱਸਦੇ ਹਾਂ। ਇਸੇ ਤਰੀਕੇ ਨਾਲ ਅਸੀਂ ਇੱਕ ਹੋਰ ਵੀ ਪ੍ਰੋਗਰਾਮ ਹੁਣ ਸ਼ੁਰੂ ਕੀਤਾ ਹੈ ਕਿ ਉਹਦੇ 'ਚ ਕਿ ਵੈਟਸ ਐਟ ਡੋਰ ਸਟੈਪ, ਮਤਲਬ ਕਿ ਜਿਹੜਾ ਸਾਡਾ ਡਾਕਟਰ ਹੈਗਾ ਉਹ ਬਿਲਕੁਲ ਉਹਦੇ ਬੂਹੇ ਤੱਕ ਪਹੁੰਚੂਗਾ ਜੀ। ਤਾਂ ਸਾਨੂੰ ਫਿਰ ਉਹ ਜਿਵੇਂ ਕਰੋਨਾ ਕਰਕੇ ਜਾਨਵਰ ਨੂੰ ਲੈ ਕੇ ਆਉਣਾ ਗੱਡੀਆਂ ਦੀ ਪ੍ਰੋਬਲਮ, ਵਾਹੀਕਲ ਚੱਲਦਾ ਨਹੀਂ ਹੈਗਾ, ਬੰਦ ਸੀ, ਤਾਂ ਫਿਰ ਇਸ ਕਰਕੇ ਅਸੀਂ ਉਹ ਰੱਖਿਆ ਕਿ ਉਹ ਸਾਨੂੰ ਫੋਨ ਕਰ ਦਿੰਦਾ, ਤਾਂ ਅਸੀਂ ਉਹਦੇ ਤਿੱਕਰ ਜਿੱਥੇ ਵੀ ਪਸ਼ੂ ਪਾਲਕ ਦੀ ਜ਼ਰੂਰਤ ਹੈਗੀ ਆ ਉਹਦੇ ਘਰ ਤਿੱਕਰ ਪਹੁੰਚਦੇ ਆ, ਮਾਹਰ ਡਾਕਟਰ ਉੱਥੇ ਚਲੇ ਜਾਂਦੇ ਆ। ਦੇਖੋ ਹਰਪ੍ਰੀਤ ਜੀ, ਇਹਦੇ ਨਾਲ ਖਰਚਾ ਵੀ ਤੇ ਬਚਦਾ ਪਸ਼ੂ ਪਾਲਕ ਦਾ, ਤੇ ਉਹ ਜਾ ਕੇ ਉੱਥੇ ਸਾਰੀਆਂ ਸੇਵਾਵਾਂ ਦਿੰਦੇ। ਬਿਲਕੁਲ ਜੀ। ਬਟ ਆਹ ਜਿਹੜੀ ਹੈਗੀ ਸੁਵਿਧਾ ਹੈਗੀ ਅਸੀਂ ਆਸ-ਪਾਸ ਦੇ ਖੇਤਰ ਦੇ ਜਿਹੜੇ ਕਿ 40-50 ਕਿਲੋਮੀਟਰ ਦੇ ਵਿੱਚ ਹੈਗੇ ਨੇ, ਨੇੜੇ ਫੇਰ ਵੀ ਬਥੇਰਾ ਹੈ, ਬਹੁਤ ਹੁੰਦਾ ਜੀ, ਉੱਥੇ ਤੱਕ ਦੇ ਰਹੇ ਹਾਂ, ਬਹੁਤ ਹੁੰਦਾ। ਬਿਲਕੁਲ। ਤੇ ਡਾਕਟਰ ਚੈਟਲੀ ਜੀ, ਜਿਵੇਂ ਇਹ ਜਿਹੜੀਆਂ ਜੋ ਕੁਛ ਵੀ ਤੁਸੀਂ ਆ ਉਹ ਸੇਵਾਵਾਂ ਜਿਹੜੀਆਂ ਦੇ ਰਹੇ ਜੇ, ਤੇ ਉਹਦੇ ਵਿੱਚ ਨਾਲ ਵੇਖੋ ਇਹ ਗੱਲ ਵੀ ਆ ਜਾਂਦੀ ਆ ਵੀ ਆਪਾਂ ਸਿਖਲਾਈ ਕੋਈ ਜਦੋਂ ਲੈਂਦੇ ਆ ਤਾਂ ਸਾਡੇ ਮਨ 'ਚ ਇਹ ਵੀ ਹੁੰਦਾ ਵੀ ਕੋਈ ਉਹਦਾ ਲਾਭ ਵੀ ਮਿਲਣਾ ਚਾਹੀਦਾ, ਤੇ ਲਾਭ ਇਹੋ ਹੀ ਆ ਵੀ ਆਪਾਂ ਕੋਈ ਰੁਜ਼ਗਾਰ ਉਹਦਾ ਲੱਗ ਸਕੇ। ਹੁਣ ਜਦੋਂ ਕੋਈ ਸਾਡੇ ਕੋਲ ਬੱਚੇ ਧੀਆਂ ਭੈਣਾਂ ਜੇ ਆ ਜਾਂ ਨੌਜਵਾਨ ਉੱਥੋਂ ਸਿਖਲਾਈ ਲੈ ਕੇ ਜਾਂਦੇ ਆ, ਤਾਂ ਫਿਰ ਰੁਜ਼ਗਾਰ ਵਾਲੇ ਪਾਸੇ ਕਿਹੜੇ ਪਾਸੇ ਉਹ ਜਾਂਦੇ ਆ, ਜਾਂ ਕਿਵੇਂ ਤੁਸੀਂ ਉਹਨਾਂ ਦੀ ਕੋਈ ਬਾਹ ਫੜ ਕੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਵਾ ਉਹਦੇ ਪਾਸੇ ਵੱਲ ਤੋਰਦੇ? ਬਿਲਕੁਲ ਜੀ। ਹੁਣ ਅਸੀਂ ਨਾ ਜਿਹੜੇ ਆਪਣੇ ਕਿਸਾਨ ਵੀਰ ਹੈਗੇ ਆ ਉਹ ਪਹਿਲਾਂ ਤੋਂ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੈਗੇ, ਪਸ਼ੂ ਪਾਲਣ ਦਾ ਕੰਮ ਕਰ ਰਹੇ ਉਹ ਕਰ ਰਹੇ, ਉਹਨਾਂ ਵਾਸਤੇ ਅਸੀਂ ਕਈ ਪ੍ਰੋਗਰਾਮ ਸ਼ੁਰੂ ਕੀਤੇ ਆ ਕਿ ਜਿਵੇਂ AI ਟੈਕਨੀਸ਼ੀਅਨ ਦਾ ਕੰਮ ਅਸੀਂ ਉੱਥੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਹੜੇ ਥੋੜ੍ਹੇ ਜਿਹੇ ਪੜ੍ਹੇ ਲਿਖੇ ਹੈਗੇ ਆ, ਜਿਹਨੇ 12ਵੀਂ ਕੀਤੀ ਹੋਈ ਹੈ ਔਰ ਆਹ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਆ ਕਿ ਉਹ ਕਿਵੇਂ ਆਪਾਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਹੈ ਉਹਨੂੰ ਆਪਾਂ ਮਤਲਬ ਕਿ ਟੀਕਾ ਲਾਉਂਦੇ ਆ ਜਿਹਦੇ ਨਾਲ ਕਿ ਉਹ ਗਾਭਣ ਹੋ ਜਾਂਦੀ ਹੈ, ਤਾਂ ਉਹਦੇ ਬਾਰੇ ਅਸੀਂ ਉਹਨੂੰ ਕਿਵੇਂ ਲਾਣਾ, ਉਹਦੇ ਬਾਰੇ ਟ੍ਰੇਨਿੰਗ ਪ੍ਰੋਗਰਾਮ ਹੈ ਉਹ ਅਸੀਂ ਸ਼ੁਰੂ ਕਰ ਰਹੇ ਹਾਂ ਤਾਂ ਕਿ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉਪਲਬਧ ਕਰਾਉਂਦੇ ਹਾਂ ਕਿ ਅੱਛੀ ਕੁਆਲਿਟੀ ਦਾ ਸੀਮਨ ਸਾਡੇ ਉੱਥੇ ਮਿਲਦਾ ਹੈਗਾ ਜੀ। ਅਸੀਂ ਸਾਡੀ ਜੇ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸਾਡਾ ਇੱਕ ਬਹੁਤ ਬੜਾ ਸੈਂਟਰ ਹੈਗਾ ਸੀਮਨ ਦਾ, ਜਿਹਦੇ ਰਾਹੀਂ ਅਸੀਂ ਉੱਥੇ ਉਪਲਬਧ ਕਰਾ ਰਹੇ ਹਾਂ ਸਾਰੀਆਂ ਚੀਜ਼ਾਂ, ਤਾਂ ਉਹ ਸੀਮਨ ਵੀ ਉਹ ਸਾਡੇ ਤੋਂ ਲੈ ਸਕਦੇ ਆ, ਖਰੀਦ ਸਕਦੇ ਆ ਔਰ ਅੱਗੇ ਉਹਨਾਂ ਨੂੰ ਕੰਮ ਕਰ ਸਕਦੇ ਆ ਜੀ। ਤਾਂ ਉਸ ਤੋਂ ਇਲਾਵਾ ਅਸੀਂ ਕਈ ਸਾਰੇ ਦੂਸਰੇ ਜਿਹੜੇ ਛੋਟੇ ਕੋਰਸ ਵੀ ਸ਼ੁਰੂ ਕੀਤੇ ਹੋਏ ਹੈਗੇ ਆ, ਜਿਹਦੇ 'ਚ ਅਸੀਂ ਮੈਂ ਜਿਵੇਂ ਦੱਸ ਰਿਹਾ ਸੀ ਕਿ ਉਹਦੇ ਵਿੱਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਗੋਟ ਬੱਕਰੀ ਪਾਲਣ ਦਾ, ਉਸ ਤੋਂ ਇਲਾਵਾ ਜਿਵੇਂ ਵਰਮੀ ਕੰਪੋਸਟਿੰਗ ਦਾ ਕੋਈ ਕੰਮ ਸ਼ੁਰੂ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਵਾਸਤੇ ਟ੍ਰੇਨਿੰਗ ਪ੍ਰੋਗਰਾਮ ਜਿਵੇਂ ਕਰਨਾ ਉਹਨਾਂ ਵਾਸਤੇ ਸ਼ੁਰੂ ਕਰ ਰਹੇ ਹਾਂ।
ਔਰ ਅਸੀਂ ਇਹਦੇ 'ਚ ਉਹਨਾਂ ਨੂੰ ਸਾਰੀ ਸੁਵਿਧਾਵਾਂ ਦਿੰਦੇ ਹਾਂ ਕਿ ਉਹ ਇਨੀਸ਼ੀਅਲੀ ਚਾਹੇ ਤਾਂ ਪ੍ਰੈਕਟੀਕਲ ਵੀ ਥੋੜਾ ਬਹੁਤ ਉੱਥੇ ਕਰਨਾ ਚਾਹੇ ਤਾਂ ਉਹ ਵੀ ਕਰ ਸਕਦਾ ਹੈਗਾ, ਉਹ ਵੀ ਚੀਜ਼ ਹੈ। ਮਿੱਠਾ ਸਿੰਘ ਜੀ, ਜੁਗਤਾਂ ਬਥੇਰੀਆਂ ਨੇ, ਥੋੜਾ ਜਿਹਾ ਜੇ ਬੰਦਾ ਦੋ ਪੈਰ ਗਾਂਹ ਨੂੰ ਤੁਰੇ ਤੇ ਹਾਂ ਹਿੰਮਤ ਤੇ ਦਿਖਾਣੀ ਪੈਣੀ ਹੈ ਨਾ, ਜੇ ਕੋਈ ਵੀ ਕੰਮ ਵੇਖੋ ਕਰਨਾ। ਬਾਹਰ ਬੈਠੇ ਨੇ ਤੇ ਸਿੱਖ ਕੇ ਗਾਂਹ ਸਮਝ ਕੇ ਤੇ ਉਸ ਤਰੀਕੇ ਨਾਲ ਜੇ ਰੋਜ਼ਗਾਰ ਚਾਹੋ ਤੁਸੀਂ ਤੇ ਬੱਚਿਆਂ ਨੂੰ ਮੈਨੂੰ ਲੱਗਦਾ ਵੀ ਆ ਵਿਦੇਸ਼ਾਂ 'ਚ ਜਾਣ ਨਾਲੋਂ ਇਹ ਵੀ ਯਤਨ ਕਰਨਾ ਚਾਹੀਦਾ। ਉਹ ਹਰਪ੍ਰੀਤ ਜੀ ਐਵੇਂ ਥੋੜਾ ਸਿਆਣੀ ਕਹਿ ਗਏ ਵੀ ਹਿੰਮਤੇ ਮਰਦਾ ਮਦਦ ਦੇ ਬਿਲਕੁਲ ਖੁਦਾ ਠੀਕ, ਹੈ। ਬਿਲਕੁਲ ਠੀਕ ਜੇ ਅਸੀਂ ਉੱਠ ਕੇ ਇੱਕ ਕਦਮ ਚੱਲਾਂਗੇ ਤੇ ਤਾਂ ਹੀ ਕੋਈ ਸਾਡੇ ਕੋਲ ਇੱਕ ਕਦਮ ਆਏਗਾ। ਜੇ ਅਸੀਂ ਘਰ ਬੈਠੇ ਸੋਚੀ ਜਾਈਏ ਵੀ ਸਾਡੇ ਇਹ ਕੰਮ ਹੋ ਜਾਣ, ਹੈ ਨਾ, ਤੇ ਘਰ ਬੈਠੇ ਤੇ ਕੁਝ ਵੀ ਨਹੀਂ ਹੋਣਾ। ਹਾਂ। ਅੱਛਾ ਡਾਕਟਰ ਸਾਹਿਬ, ਗੱਲ ਇਹ ਹੁੰਦੀ ਆ ਕਿ ਜਿਵੇਂ ਅਸੀਂ ਕੋਈ ਛੋਟਾ ਮੋਟਾ ਵੀ ਕੰਮ ਕਰ ਲਈਏ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਕੰਮ ਦਾ ਇੱਕ ਤੇ ਪਸਾਰਾ ਹੋਵੇ, ਹੈ ਨਾ, ਅਸੀਂ ਕੰਮ ਆਪਣਾ ਵਧਾਈਏ। ਦੂਜਾ ਚਾਹੁੰਦੇ ਵੀ ਅਸੀਂ ਜੋ ਪੈਦਾਵਾਰ ਕਰਦੇ ਆ ਇਹਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਤੇ ਅਸੀਂ ਕੋਈ ਨਾ ਕੋਈ ਤੇ ਇਹਦੇ ਲਈ ਤਕਨੀਕ ਲੱਭਦੇ ਆ। ਤੇ ਤੁਸੀਂ ਇਹ ਜਿੰਨੇ ਵੀ ਕੰਮ ਸਾਨੂੰ ਗਿਣਾਏ ਆ ਕਰਦੇ ਆ, ਇਹਦੇ ਪਸਾਰ ਵਾਸਤੇ ਕੀ ਉਪਰਾਲੇ ਕਰ ਰਹੇ ਹੋ? ਇਹਦੇ 'ਚ ਜੀ ਅਸੀਂ ਕਈ ਤਰੀਕੇ ਨਾਲ ਪ੍ਰਸਾਰ ਕਰ ਰਹੇ ਹਾਂ ਜੀ। ਜਿਵੇਂ ਸਮੇਂ ਤੇ ਅਸੀਂ ਬਹੁਤ ਸਾਰੇ ਕੰਪੀਟੀਸ਼ਨ ਆਰਗੇਨਾਈਜ਼ ਕਰਦੇ ਹਾਂ ਕਿ ਜੋ ਕਿ ਮਿਲਕਿੰਗ ਕੰਪੀਟੀਸ਼ਨ, ਕਿ ਕਿਹਦੀ ਗਾਂ ਮੱਝ ਜ਼ਿਆਦਾ ਦੁੱਧ ਦਿੰਦੀ ਹੈ, ਕੋਈ ਚੀਜ਼ ਹੈ। ਫਿਰ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕਿ ਬਿਊਟੀ ਕੁਈਨ ਦੇ ਵੀ ਕੰਪੀਟੀਸ਼ਨ ਹੈ, ਮੱਝਾਂ ਦੇ ਬਿਊਟੀ ਕੰਪੀਟੀਸ਼ਨ ਹੁੰਦੇ ਆ। ਤਾਂ ਉਸ ਨਾਲ ਫਿਰ ਉਸ ਦੇ ਬਾਅਦ ਅਸੀਂ ਜਿਹੜੇ ਸਾਡੇ ਸਫਲ ਕਿਸਾਨ ਵੀਰ ਹੈਗੇ ਆ ਉਹਨਾਂ ਦੀ ਜਿਹੜੀ ਕਹਾਣੀ ਹੈਗੀ ਹੈ, ਅਸੀਂ ਪੂਰੇ ਸਾਡੀ ਇੱਕ ਯੂਨੀਵਰਸਿਟੀ ਦੀ ਮੈਗਜ਼ੀਨ ਨਿਕਲਦੀ ਹੈ ਜੀ, ਉਹਦੇ ਰਾਹੀਂ ਉਹਦੇ ਵਿੱਚ ਅਸੀਂ ਲਿਖਦੇ ਹਾਂ ਹਾਂਜੀ। ਔਰ ਉਹ ਮੈਗਜ਼ੀਨ ਦੇ ਰਾਹੀਂ ਸਾਡੇ ਸਾਰੇ ਜਿਹੜੇ ਕਿਸਾਨ ਵੀਰ ਹੈ ਉਹਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਔਰ ਉਹਨੂੰ ਪੜ੍ਹਨਗੇ ਔਰ ਉਹਨਾਂ ਦੇ ਕਰਨਗੇ। ਫਿਰ ਉਸ ਤੋਂ ਇਲਾਵਾ ਜੋ ਕੋਈ ਉਹਨੂੰ ਆਪਣੇ ਧੰਦੇ ਨੂੰ ਅੱਗੇ ਵਧਾਉਣਾ ਚਾਹੁੰਦਾ ਹੈਗਾ ਤਾਂ ਉਹਦੇ ਵਾਸਤੇ ਵੀ ਉਹਨੂੰ ਫਰਦਰ ਕੋਈ ਐਕਸਪਰਟ ਦਾ ਚਾਹੀਦਾ ਤਾਂ ਅਸੀਂ ਉਹਦੇ ਬਿਲਕੁਲ ਘਰੇ ਪਹੁੰਚ ਕੇ ਉਹਨੂੰ ਦੱਸ ਦਿਆਂਗੇ ਤੁਸੀਂ ਕਿਵੇਂ ਅੱਗੇ ਇਹਨੂੰ ਕੰਮ ਨੂੰ ਵਧਾ ਸਕਦੇ ਹੋ, ਉਹਦੇ ਬਾਰੇ ਵੀ ਉਹਨੂੰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਸਾਡੀ ਯੂਨੀਵਰਸਿਟੀ ਨੇ ਬਹੁਤ ਕਈ ਸਾਰੇ ਬਰੋਸ਼ਰ ਵੀ ਕੱਢੇ ਹੋਏ ਹੈਗੇ ਆ, ਜਿਹਦੇ 'ਚ ਉਹ ਜਿਵੇਂ ਸੂਰ ਦਾ ਪਿਗ ਫਾਰਮਿੰਗ ਵਾਸਤੇ ਸਾਡਾ ਸਪੈਸ਼ਲਾਈਜ਼ਡ ਇੱਕ ਬਰੋਸ਼ਰ ਕਿਤਾਬ ਨਿਕਲੀ ਹੋਈ ਹੈ। ਅਸੀਂ ਇਹਨਾਂ ਨੂੰ ਵੀ ਉਹ ਸਾਰਿਆਂ ਨੂੰ ਡਿਸਟਰੀਬਿਊਟ ਕਰਦੇ ਹਾਂ, ਦੱਸਦੇ ਹਾਂ। ਔਰ ਸਮੇਂ ਤੇ ਸਾਡੀ ਯੂਨੀਵਰਸਿਟੀ ਮੇਲੇ ਆਰਗੇਨਾਈਜ਼ ਕਰਦੀ ਹੈ, ਉਤੋਂ ਮੇਲਿਆਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੁਲਾਉਂਦੇ ਹੈਗੇ ਆ। ਉੱਥੇ ਇਨਾਮ ਵੀ ਦਿੱਤੇ ਜਾਂਦੇ ਆ ਕਿ ਆਹ ਜਿਹੜਾ ਹੈਗਾ ਉਹਦੇ 'ਚ CM ਅਵਾਰਡ ਹੁੰਦੇ ਆ ਸਾਡੇ ਜਿਹੜੇ ਸਕਸੈਸਫੁਲ ਸਾਡੇ ਫਾਰਮਰ ਹੈਗੇ ਆ, ਕਿਸਾਨ ਹੈਗੇ ਆ, ਮੱਝਾਂ ਨੂੰ ਪਾਲਦੇ ਆ, ਗਊਆਂ ਪਾਲਦੇ ਆ, ਸੂਰ ਪਾਲਕ ਹੈ, ਸਾਰਿਆਂ ਨੂੰ ਅਲੱਗ-ਅਲੱਗ ਇਨਾਮ ਦਿੱਤੇ ਜਾਂਦੇ ਜੀ। ਤੋ ਉਹਦੇ ਵਿੱਚ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਔਰ ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਮਸ਼ਹੂਰੀ ਮਿਲਦੀ ਹੈ, ਉਹਨਾਂ ਦੀ ਲੋਕਾਂ ਦੀ ਪਹਿਚਾਣ ਬਣਦੀ ਹੈ। ਉਹ ਲੋਕੀ ਜਿਹੜੇ ਹੈਗੇ ਦੂਸਰੇ ਉਹਨਾਂ ਤੋਂ ਮੋਟੀਵੇਟ ਹੁੰਦੇ ਆ ਔਰ ਉਹ ਅੱਗੇ ਵੀ ਵੱਧ ਕੇ ਕੰਮ ਕਰਦੇ ਆ। ਅੱਛਾ ਹਰਪ੍ਰੀਤ ਜੀ, ਮੈਂ ਉਹ ਜਦੋਂ ਡਾਕਟਰ ਸਾਹਿਬ ਨੂੰ ਪੁੱਛਦਾ ਪਿਆ ਸੀ ਸਿਖਲਾਈ ਵਾਸਤੇ, ਮੇਰੇ ਦਿਮਾਗ 'ਚ ਇੱਕ ਗੱਲ ਆਈ ਆ ਬਈ ਇਹ ਜਿਹੜੀ ਤੁਸੀਂ ਸਿਖਲਾਈ ਦਿੰਦੇ ਆ ਇਹ ਕੋਈ ਬੀਬੀਆਂ ਵਾਸਤੇ ਵੀ ਪ੍ਰਬੰਧ ਹੈਗਾ ਕੋਈ? ਬਿਲਕੁਲ ਜੀ, ਬੀਬੀਆਂ ਵਾਸਤੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਦਿੰਦੇ ਆ, ਕੋਈ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ। ਹਾਂਜੀ। ਔਰ ਉਸ ਤੋਂ ਇਲਾਵਾ ਜਿਵੇਂ ਵੱਡੇ ਸਿਖਲਾਈ ਹੁੰਦੇ ਉਹਦੇ 'ਚ ਅਸੀਂ ਉਹਨਾਂ ਨੂੰ ਈਵਨ ਲੰਚ ਔਰ ਜਿਹੜੇ ਦੁਪਹਿਰ ਦਾ ਖਾਣਾ ਹੈਗਾ ਔਰ ਚਾਹ ਪਾਣੀ ਦਾ ਵੀ ਫ੍ਰੀ ਦਾ ਇੰਤਜ਼ਾਮ ਕੀਤਾ ਜਾਂਦਾ ਬੀਬੀਆਂ ਵਾਸਤੇ ਸਾਰਿਆਂ ਨੂੰ। ਵਾਹ ਜੀ ਵਾਹ। ਇੱਕ ਮੈਨੂੰ ਹੋਰ ਦੱਸਿਓ, ਵੇਖੋ ਮੇਰੇ ਨਾ ਮਿੱਤਰ ਉਧਰ ਕਈ ਨੇ ਜੀ, ਉਹਨਾਂ ਨੇ ਘੋੜਾ ਫਾਰਮ ਨੇ। ਹਾਂ ਹੈ ਉਧਰ ਹੈਗੇ ਆ, ਬਠਿੰਡੇ 'ਚ ਇਹ ਬੜੇ ਆ, ਹੈਗੇ ਆ ਇੱਧਰ ਮੁਕਤਸਰ ਸਾਹਿਬ ਵੱਲ ਵੀ ਹੈਗੇ। ਤੇ ਡਾਕਟਰ ਸਾਹਿਬ ਕੋਈ ਘੋੜਿਆਂ ਵਾਸਤੇ ਕੋਈ ਤੁਸੀਂ ਸਿਖਲਾਈ ਜਾਂ ਉਹਨਾਂ ਦੇ ਇਲਾਜ ਵਾਸਤੇ ਜਾਂ ਇਹ ਜਿਹੀਆਂ ਸਹੂਲਤਾਂ ਵੀ ਉੱਥੇ ਰੱਖੀਆਂ ਜੀ? ਹਾਂਜੀ, ਸਾਡੇ ਕੋਲ ਉੱਥੇ ਇੱਕ ਸੈਪਰੇਟ ਕੋਲਿਕ ਜਿਹੜੀ ਇੱਕ ਬਿਮਾਰੀ ਹੁੰਦੀ ਹੈ ਘੋੜਿਆਂ ਦੇ ਵਿੱਚ ਬਹੁਤ ਕਾਮਨਲੀ ਹੋ ਜਾਂਦੀ ਹੈ ਜੀ, ਤੇ ਅਸੀਂ ਉੱਥੇ ਉਹਦੇ ਕੋਲਿਕ ਸੈਂਟਰ ਬਣਾ ਰਹੇ ਹਾਂ ਜਿਹਦੇ 'ਚ ਉੱਥੇ ਸਾਰੇ ਉਹਨਾਂ ਦੇ ਜਿਹੜੇ ਆ ਇਲਾਜ ਕੀਤਾ ਜਾਊਗਾ। ਬਹੁਤ ਬੜੀ ਇੱਕ ਸਮੱਸਿਆ, ਕਾਮਨ ਸਮੱਸਿਆ। ਫਿਰ ਉਸ ਤੋਂ ਇਲਾਵਾ ਜਿਹੜੇ ਆਪਣੇ ਘੋੜਿਆਂ ਦਾ ਜਿਹੜਾ ਸੂਲ ਜੀ ਪੇਟ ਦੇ ਵਿੱਚ ਦਰਦ ਹੁੰਦਾ ਹੈ, ਦਰਦ ਬਹੁਤ ਹੁੰਦੀ ਕਿਉਂ ਘੋੜਾ ਬਾਹਰ ਨਹੀਂ ਕਹਿੰਦੇ ਕੁਝ ਕੱਢ ਸਕਦਾ। ਜੀ। ਅੱਛਾ। ਇਸੇ ਤਰੀਕੇ ਨਾਲ ਜੀ ਉਹਨਾਂ ਦੇ ਜਿਵੇਂ ਘੋੜਿਆਂ ਦੀ ਕਿਵੇਂ ਰੱਖ ਰਖਾਵ ਕਰਨਾ ਹੈ, ਕਿਹੜੇ ਅੱਛੇ ਘੋੜੇ ਦੀ ਪਹਿਚਾਣ ਕਿਵੇਂ ਕੀਤੀ ਜਾਵੇ। ਹਾਂਜੀ, ਤਾਂ ਉਹਦੇ ਬਾਰੇ ਵੀ ਅਸੀਂ ਸਮੇਂ ਦੇ ਉੱਤੇ ਪ੍ਰੋਗਰਾਮ ਵੀ ਕਰਦੇ ਹਾਂ, ਆਰਗੇਨਾਈਜ਼ ਕਰਦੇ ਹਾਂ, ਟ੍ਰੇਨਿੰਗ ਪ੍ਰੋਗਰਾਮ ਵੀ ਉਹਦੇ ਵਾਸਤੇ ਕਰਦੇ ਹਾਂ ਜੀ। ਵਾਹ ਜੀ ਵਾਹ, ਇਹ ਤੇ ਬਹੁਤ ਵਧੀਆ ਗੱਲ। ਅੱਛਾ ਡਾਕਟਰ ਸਾਹਿਬ ਜੀ, ਉਹ ਬੀਬੀਆਂ ਨੂੰ ਫ੍ਰੀ ਆ ਤੁਸੀਂ ਜਿਵੇਂ ਦੱਸਿਆ, ਤੇ ਇਹ ਵੀ ਦੱਸੋ ਕਿ ਬਾਕੀ ਜਿਹੜੇ ਸਿਖਲਾਈ ਦਿੰਦੇ ਆ ਹੈ ਉਹਦੇ ਵੀ ਫਿਰ ਥੋੜੇ ਜਿਹੇ ਪੈਸੇ ਲੱਗਦੇ ਹੋਣ? ਬਿਲਕੁਲ ਜੀ, ਸਾਡੇ ਹਲੇ ਤੋਂ ਅਸੀਂ ਕਿਉਂਕਿ ਜਿਵੇਂ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਕਾਲਜ ਹੈਗਾ ਨਵਾਂ ਹੀ ਸ਼ੁਰੂ ਹੋਇਆ 2019 'ਚ ਅਸੀਂ ਸ਼ੁਰੂ ਕੀਤਾ ਹੈ, ਤਾਂ ਹਲੇ ਤੱਕ ਜਿਹੜੀਆਂ ਸਾਡੀਆਂ ਸਿਖਲਾਈ ਪ੍ਰੋਗਰਾਮ ਹੈ ਅਸੀਂ ਕੋਸ਼ਿਸ਼ ਆਈ ਕਰ ਰਹੇ ਸੀ ਕਿ ਫ੍ਰੀ ਆਫ ਕਾਸਟ ਹੈਗੀਆਂ ਸਾਰੀ, ਹਲੇ ਤੱਕ ਫ੍ਰੀ ਆਫ ਕਾਸਟ ਚੱਲ ਰਹੀਆਂ। ਪਰ ਸਾਡੇ ਯੂਨੀਵਰਸਿਟੀ ਦੇ ਕਾਫੀ ਰੇਟ ਅਪਰੂਵਡ ਹੈਗੇ ਆ ਜੀ, ਬਹੁਤ ਮਤਲਬ ਥੋੜੇ ਜਿਹੇ ਪੈਸੇ ਲੈ ਕੇ ਬਿਲਕੁਲ ਹੀ ਥੋੜੇ ਜਿਹੇ ਸਾਰੇ ਕੰਮ ਮਾਮੂਲੀ ਜੇ ਦਿੰਨੇ ਆ, ਮਤਲਬ ਸਹੂਲਤਾਂ ਦਿੰਨੇ ਆ। ਲਓ ਜੀ ਹਰਪ੍ਰੀਤ ਜੀ, ਗੱਲਾਂ ਤੇ ਡਾਕਟਰ ਸਾਹਿਬ ਨੇ ਬਹੁਤ ਪਤੇ ਦੀਆਂ ਕੀਤੀਆਂ। ਹੁਣ ਆ ਜਾਈਏ ਮੌਸਮ ਜੀ। ਤੁਹਾਨੂੰ ਪਤਾ ਅੱਜ
ਮਹੀਨਾ ਸ਼ੁਰੂ ਹੋ ਗਿਆ, ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ, ਹੈ ਨਾ। ਤੇ ਇਹਦੇ ਨਾਲ ਮੌਸਮ 'ਚ ਤਬਦੀਲੀ ਵੀ ਆਉਂਦੀ ਆ, ਬਾਰਿਸ਼ਾਂ ਦੇ ਦਿਨ ਹੁੰਦੇ ਆ, ਤਾਪਮਾਨ ਘੱਟ ਵੱਧ ਜਾਂਦਾ। ਭੈਣੇ ਸਾਵਣ ਆਇਆ ਸਾਉਣ ਮਹੀਨਾ ਰੰਗਲਾ। ਬਿਲਕੁਲ। ਤੇ ਤਾਪਮਾਨ ਦੀ ਜਿੱਥੋਂ ਤੱਕ ਗੱਲ ਆ, ਇਹ ਅੱਜ ਜਿਹੜਾ ਪਿਛਲੇ 24 ਘੰਟਿਆਂ 'ਚ ਰਿਹਾ ਜੀ, ਇਹ ਇਸ ਤਰ੍ਹਾਂ ਵੀ ਚੰਡੀਗੜ੍ਹ ਵੱਧ ਤੋਂ ਵੱਧ 33.2 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 27.6। ਠੀਕ ਹੈ ਜੀ। ਅੰਮ੍ਰਿਤਸਰ 'ਚ 35.4 ਤੇ 27.4, ਲੁਧਿਆਣਾ 'ਚ 33.7 ਤੇ 27.2 ਜੀ, ਪਟਿਆਲਾ 'ਚ ਵੱਧ ਤੋਂ ਵੱਧ 30.8 ਤੇ ਘੱਟ ਤੋਂ ਘੱਟ 26.8, ਬਠਿੰਡਾ 'ਚ ਵੱਧ ਤੋਂ ਵੱਧ 34.5 ਤੇ ਘੱਟ ਤੋਂ ਘੱਟ 26.4 ਜੀ, ਤੇ ਫਰੀਦਕੋਟ 'ਚ ਵੱਧ ਤੋਂ ਵੱਧ 35 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਘੱਟ ਤੋਂ ਘੱਟ ਰਿਹਾ ਜੀ 27.6 ਡਿਗਰੀ ਸੈਲਸੀਅਸ। ਤੇ ਇਹਨਾਂ ਨੇ ਮੌਸਮ ਵਾਲੇ ਜਿਹੜੀ ਖਬਰ ਘੱਲੀ ਆ ਉਹ ਇਹ ਆ ਵੀ ਆਉਣ ਵਾਲੇ 48 ਘੰਟਿਆਂ 'ਚ ਅੱਛਾ ਜੀ, ਕੁਝ ਥਾਵਾਂ ਤੇ ਹਲਕੀ, ਅੱਛਾ, ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਅੱਛਾ ਜੀ, ਬਾਰਿਸ਼ ਪੈਣ ਦੀ ਸੰਭਾਵਨਾ ਹੈ। ਠੀਕ ਹੈ ਜੀ, ਠੀਕ ਨਾ, ਹੈ। ਵੀ ਚਾਹੀਦੀ ਨਹੀਂ, ਜੀ, ਚਾਹੀਦੀ। ਚਾਹੀਦੀ ਵੀ ਆ, ਇਦਾਂ ਹੀ ਆ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਵੀ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਭੇਜਣਾ ਚਾਹੁੰਦੇ ਹੋ, ਸਾਨੂੰ ਖਤ ਲਿਖ ਸਕਦੇ ਆ, ਸਾਨੂੰ ਈਮੇਲ ਵੀ ਕਰ ਸਕਦੇ ਆ। ਖਤ ਲਿਖਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਘਰੋਂ ਬਾਹਰ ਜਾਓ ਤੇ ਮਾਸਕ ਜ਼ਰੂਰ ਪਾ ਕੇ ਜਾਓ। ਤੇ ਜਦੋਂ ਬਾਹਰ ਜਾਓ ਤੇ ਫਿਰ ਆਪਸ ਦੇ ਵਿੱਚ ਸਮਾਜਿਕ ਦੂਰੀ ਵੀ ਬਣਾ ਕੇ ਰੱਖੋ। ਜਦੋਂ ਘਰ ਵਾਪਸ ਆਓ ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਜਾਂ ਫਿਰ ਸੈਨੀਟਾਈਜ਼ਰ ਨਾਲ ਸਾਫ਼ ਕਰੋ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ ਡਾਕਟਰ ਸਾਹਿਬ। ਜੈ ਹਿੰਦ ਜੀ। ਜੈ ਹਿੰਦ ਜੀ, ਜੈ।